ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ के भाग तीजा। किज ना बूझे किज ना सूझे दुनिया गुझी पाए, साईं मेरे चंगा कीता नाही तां हम भी दज्जा आए। ਬਾਬਾ ਫਰੀਦ ਜੀ ਕੀ ਸਮਝਾਉਣਾ ਚਾਹੁੰਦੇ ਆਪਾਂ? ਜਿਹੜੀ ਦੁਨੀਆ ਦੀ ਤ੍ਰਿਸ਼ਨਾ ਰੂਪੀ ਅੱਗ ਹੈ, ਇਹ ਸਾਨੂੰ ਕਿਵੇਂ ਸਮਝ ਆ ਜੂ ਭਾਈ? ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਕਿਜ ਨਾ ਬੂਝੇ, ਬੁੱਝਣਾ ਹੁੰਦਾ ਹੈ ਗਿਆਨ ਨਾਲ, ਬੁੱਧੀ ਨਾਲ। ਉਹ ਬੁੱਧੀ ਸਾਡੇ ਕੋਲ ਹੈ ਹੀ ਨਹੀਂ ਜਿਹਦੇ ਨਾਲ ਬੁੱਝਾਂਗੇ ਅਸੀਂ। ਜੇ ਜਾਣਤ ਆਪਣਾ ਆਪ ਬਚੇ, ਅਣਜਾਣਤ ਵਿਖਿਆ ਮੇ ਰਚੇ। ਜੇ ਜਾਣਦੇ ਹੁੰਦੇ ਤਾਂ ਕਿਉਂ ਇਹ ਵਿਖਿਆ 'ਚ ਜੁੜਦੇ ਭਾਈ? ਕਿਉਂ ਸਰੀਰ ਨਾਲ ਜੁੜ ਕੇ ਜੰਮਣ ਮਰਨ 'ਚ ਪੈਂਦੇ? ਮਨ ਕੁਛ ਨਹੀਂ ਜਾਣਦਾ ਹੈਗਾ। ਅਸੀਂ ਸੰਸਾਰੀ ਜੀਵ ਹੈ। ਸੰਸਾਰ ਦੇ ਵਿੱਚ, ਭਵ ਸਾਗਰ ਦੇ ਵਿੱਚ ਸਾਡਾ ਜਨਮ ਹੋਇਆ ਸਰੀਰ ਕਰਕੇ। ਆਤਮਾ ਦਾ ਜਨਮ ਤਾਂ ਹੁੰਦਾ ਨਹੀਂ, ਨਾ ਮਰਦੀ ਹੈ ਨਾ ਜੰਮਦੀ ਹੈ। ਇਹ ਗੁੱਝੀ ਆ ਕਦ ਤੋਂ ਸ਼ੁਰੂ ਹੁੰਦੀ ਹੈ? ਇਹ ਕੀ ਹੈ? ਆਪਾਂ ਇਹਨੂੰ ਵਿਚਾਰੀਏ ਚੰਗੀ ਤਰ੍ਹਾਂ, ਆਪਾਂ ਨੂੰ ਸਮਝ ਆ ਜੇ ਬਾਬਾ ਫਰੀਦ ਜੀ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ। ਆਇਆ ਤਾਂ ਬੰਦਾ ਬੰਦਗੀ ਕਰਨਾ ਹੈ। ਸਤਿਗੁਰਾਂ ਦੇ ਵਚਨ ਆਪਾਂ ਲੈ ਲੈਂਦੇ ਹਾਂ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਅਸੀਂ ਭੁੱਲ ਕੇ ਮੁਕਤੀ ਲੈਣ ਆਏ ਹਾਂ। ਮਾਇਆ ਨੇ ਅੰਨਾ ਕਰਤਾ। ਕਿਵੇਂ ਅੰਨਾ ਹੋ ਗਿਆ ਇਹ? ਮਾਇਆ ਅਗਨ ਇੱਕੋ ਜਿਹੀ ਕਰਤੇ ਖੇਲ ਰਚਾਇਆ। ਇਹ ਕਰਤੇ ਨੇ ਖੇਲ ਰਚਾਇਆ, ਅਸੀਂ ਤਾਂ ਰਚਾਇਆ ਨਹੀਂ ਭਾਈ। ਉਹ ਸਿਰਜਣਹਾਰ ਨੇ ਮਾਇਆ ਰਚੀ ਹੈ। ਇਹ ਅਗਨੀ ਹੈ। ਅੱਖਾਂ ਦੇਖਦੀਆਂ ਨੇ, ਇੱਛਾ ਪੈਦਾ ਕਰ ਲੈਂਦੀਆਂ ਨੇ। ਇਹ ਤ੍ਰਿਸ਼ਨਾ ਦੀ ਅਗਨੀ ਹੈ। ਕੰਨ ਸੁਣਦੇ ਨੇ, ਪਿੱਛੇ ਵੀ ਆਪਾਂ ਵਿਚਾਰਿਆ, ਅੱਖੀਂ ਵੇਖ ਨਾ ਰਜੀਆਂ ਉਹ ਰੰਗ ਤਮਾਸੇ। ਰਜਦੀਆਂ ਨਹੀਂ, ਕਿਉਂ ਨਹੀਂ ਰਜਦੀਆਂ? ਇਹ ਮਾਇਆ ਦੇ ਗਿਆਨ ਇੰਦਰੀ ਸਾਡੇ ਕਿਵੇਂ ਰਜਣਗੇ ਭਾਈ? 9 ਦਰਵਾਜ਼ੇ ਨਵੇਂ ਦਰ ਫੀਕੇ, 10ਵੇਂ ਅੰਮ੍ਰਿਤ 'ਚ ਬੀਜੇ ਰੇ। 10ਵੇਂ 'ਚ ਅੰਮ੍ਰਿਤ ਜਾ ਕੇ ਹੈ ਭਾਈ। ਜਿਹੜੇ ਸਾਡੇ ਗਿਆਨ ਇੰਦਰੀ ਆ, ਜਿਹੜੇ ਸਾਡੇ ਗਿਆਨ ਇੰਦਰੀਆਂ ਦੀ ਡੋਰ ਹੈ, ਉਹ 10ਵੇਂ ਦਵਾਰ ਤੱਕ ਨਹੀਂ ਜਾਂਦੀ ਭਾਈ। ਮਾਇਆ ਤੱਕ ਤਾਂ ਜਾਂਦੀ ਹੈ। ਇਹ ਵੀ ਉਹਦੀ ਕਿਰਪਾ ਹੈ। ਸਰੀਰ ਦੇ ਰਸਾਂ ਕਸਾਂ ਨਾਲ ਜੁੜ ਕੇ ਜੋ ਅਸੀਂ ਸੰਸਾਰ 'ਚ ਵੀ ਜੀਵਨ ਮਾਣ ਰਹੇ ਹਾਂ, ਇਹ ਵੀ ਤਾਂ ਉਹਦੀ ਦੇਣ ਹੀ ਹੈ। ਜਿਸ ਧਨ ਕੋ 4 ਕੋਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਸੰਸਾਰੀ ਸਰੀਰ ਕਰਕੇ ਸੁੱਖ ਧਨ ਸਾਨੂੰ ਮਿਲਦਾ ਹੈ, ਸੰਸਾਰ 'ਚ ਵਡਿਆਈ ਮਿਲਦੀ, ਉਹ ਵੀ ਤਾਂ ਉਹਦੀ ਕਿਰਪਾ ਹੀ ਹੈ। ਕਦੇ ਜੀਵ ਭਿਖਾਰੀ ਹੈ, ਕਦੇ ਰਾਜਾ ਵਾ। ਐਂ ਸੰਸਾਰ ਹੀ ਚੱਲਦਾ ਰਹਿੰਦਾ ਵਾ। ਆਪਾਂ ਗੁੱਝੀ ਅੱਗ ਨੂੰ ਵਿਚਾਰੀਏ ਜੋ ਆਪਾਂ ਨੂੰ ਬਾਬਾ ਫਰੀਦ ਜੀ ਸਮਝਾਉਣਾ ਚਾਹੁੰਦੇ ਨੇ। ਸੋਝੀ ਨਹੀਂ ਸਾਨੂੰ ਭਾਈ, ਉਹਦੀ ਕਿਵੇਂ ਸੋਝੀ ਹੋਊਗੀ? ਇਹ ਆਤਮਾ ਤ੍ਰਿਸ਼ਨਾ ਰੂਪੀ ਅੱਗ 'ਤੇ ਕਦੋਂ ਵਹਿੰਦੀ ਹੈ? ਜਦੋਂ ਸਤਯੁਗ 'ਚੋਂ ਆਤਮਾ ਟੁੱਟਦੀ ਹੈ। ਹੁਕਮ ਹੁੰਦਾ ਹੈ, ਪ੍ਰਿਥਮੀ ਖੰਡਾ ਸਾਜ ਕੀ ਤੈਂ ਸੰਸਾਰ ਉਪਾਇਆ। ਜਦੋਂ ਹੁਕਮ ਦੇ ਨਾਲੋਂ ਜੋ ਟੁੱਟਦੀ ਹੈ ਆਪਦੇ ਮੂਲ ਨਾਲੋਂ, ਤਾਂ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਜੀਵ ਹੁਕਮ 'ਚ ਹੀ ਰਹਿੰਦਾ, ਪਰ ਸਾਨੂੰ ਗਿਆਨ ਨਹੀਂ ਹੁੰਦਾ ਹੁਕਮ ਦਾ। ਫਿਰ ਤ੍ਰੇਤਾ ਆ ਜਾਂਦਾ ਹੈ। ਜਿਹੜਾ ਸਾਡੇ ਕੋਲੇ ਸੱਚਖੰਡ ਦੇ ਵਿੱਚ ਹੁਕਮ ਨਾਲ ਮਿਲ ਕੇ ਵੱਲ ਹੁੰਦਾ ਹੈ, ਉਹ ਛੁੱਟ ਜਾਂਦਾ ਵਾ। ਹੁਕਮ ਦੇ ਟੁੱਟਣ ਨਾਲ ਹੀ ਤ੍ਰੇਤਾ ਆ ਜਾਂਦਾ। ਆਪਾਂ ਪਿੱਛੇ 4 ਯੁੱਗਾਂ ਬਾਰੇ ਵਿਚਾਰਿਆ ਸੀ। ਉਹ ਵਸਤਾਂ ਦੇ ਨਾਂ ਨੇ ਆਤਮਾ ਦੇ, ਜਿਵੇਂ ਜਿਵੇਂ ਆਉਂਦੀ ਹੈ। ਸੰਸਾਰ 'ਚ ਤਾਂ ਬਹੁਤ ਭਰਮ ਪਾਇਆ ਜੀ। ਤ੍ਰੇਤੇ 'ਚ ਰਾਮ ਆਇਆ, ਦੁਆਪਰ 'ਚ ਕ੍ਰਿਸ਼ਨ ਆਇਆ। ਉਹ ਜੀਵ ਆਤਮਾ ਦਾ ਹੀ ਨਾਂ ਹੈ ਭਾਈ। ਉਹ ਕਿਵੇਂ ਕਿਵੇਂ ਆਉਂਦੀ ਹੈ, ਹੁਣ ਕਿਵੇਂ ਕਿਵੇਂ ਜਾਊਗੀ? ਉਹ ਸਾਰੀ ਲੋਕ ਤੋਂ ਪਰਲੋਕ ਤੱਕ ਸਤਿਗੁਰਾਂ ਨੇ ਆਪਾਂ ਨੂੰ ਗਿਆਨ ਦਿੱਤਾ ਹੈ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ ਆਪਾਂ। ਇਹ ਕਿਵੇਂ ਇੱਕ ਸੀ, ਹੁਣ ਕਿਵੇਂ ਦੁਬਾਰਾ ਫਿਰ ਹੋਊਗਾ? ਯੁਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਤ੍ਰੇਤੇ ਸਤਯੁਗ ਰਸ ਸੰਤੋਖਾ। ਸਤਯੁਗ ਦੇ ਵਿੱਚ ਸੰਤੋਖ ਹੁੰਦਾ। ਸਾਰੀਆਂ ਆਤਮਾ ਹੁਕਮ ਨਾਲ ਜੁੜੀਆਂ ਹੁੰਦੀਆਂ ਨੇ। ਧਰਮ ਅੱਗੇ ਰਤਵਾ, ਧਰਮ ਤੋਂ ਭਾਵ ਸੱਚ, ਹੁਕਮ ਦੇ ਵਿੱਚ ਹੁੰਦੇ ਨੇ। ਤ੍ਰੇਤੇ ਰਥ ਜਤੇ ਕਾ। ਤ੍ਰੇਤਾ ਜਦੋਂ ਆਉਂਦਾ ਹੈ, ਕਮੀ ਆਉਂਦੀ ਹੈ, ਹੁਕਮ ਨਾਲ ਟੁੱਟ ਜਾਂਦੇ ਹਾਂ ਅਸੀਂ। ਉਹ ਤ੍ਰੇਤਾ, ਉਹਨੂੰ ਦੇਵਲੋਕ ਕਹਿੰਦੇ ਆ। ਸਰੀਰ ਨਹੀਂ ਮਿਲਿਆ ਹਾਲੇ, ਸਰੀਰ ਖਾਤਰ ਤਾਂ ਭਗਤੀ ਹੋਣੀ ਆ ਅੱਗੇ। ਹੁਕਮ ਨਾਲੋਂ ਲਾਗੂ ਹੋ ਗਿਆ, ਤ੍ਰੇਤਾ ਆ ਗਿਆ। ਜਿਹੜਾ ਦਾ ਵੱਲ ਸੀ, ਵੱਲ ਛੁੱਟ ਕੇ ਉਹ ਬੰਧਨ ਪੜੇ।
ਕਿਛ ਨਾ ਹੋ ਤੋ ਪਾਏ ਨੌਵੇਂ ਪਾਸਾ ਸਮਝਾਉਂਦੇ ਨੇ। ਉਹ ਬਲ ਸੀ ਜਿਹੜਾ ਇਹਦੇ ਕੋਲ, ਹੁਕਮ ਨਾ ਟੁੱਟਣ ਨਾਲ ਸੱਚ ਚੋਂ ਉਹ ਹਿਵਾਕਾਰ ਹੈ, ਉਹ ਧਿਆਨ ਦੀ ਦੁਨੀਆ। ਉਹ ਬਲ ਇਹਦੇ ਕੋਲ ਛੁੱਟ ਗਿਆ। ਫਿਰ ਕੀ ਆ ਗਿਆ? ਤ੍ਰੇਤਾ। ਉਹ ਦੇਵਲੋਕ ਹੈ। ਦੇਵਲੋਕ 'ਚ ਜਦੋਂ ਹੁਕਮ ਹੁੰਦਾ ਫਿਰ ਅਸੀਂ ਦੁਆਪਰ 'ਚ ਆਉਂਦੇ ਹਾਂ। ਦੁਆਪਰ ਉਹਨੂੰ ਗਰਭ ਕਿਹਾ। ਕ੍ਰਿਸ਼ਨ ਦੁਆਪਰ, ਕ੍ਰਿਸ਼ਨ ਮਰਾਰ। ਮਨ ਕਾਲਾ ਹੋ ਗਿਆ ਕ੍ਰਿਸ਼ਨ। ਕਦੋਂ ਕਾਲਾ ਹੁੰਦਾ ਹੈ? ਜਦੋਂ ਜੋਤ ਦੁਆਪਰ ਦੁਆਪਰ ਗਰਭ ਦੇ ਵਿੱਚ ਚੇਤਨਾ ਜੜ ਨਾਲ ਮਾਇਆ ਸਰੀਰ ਬਣਾ ਰਹੀ, ਉਦੋਂ ਕਾਲਾ ਹੋ ਜਾਂਦਾ ਹੈ। ਦੁਆਪਰ ਆ ਗਿਆ, ਇਹਨੂੰ ਚੰਗੀ ਤਰ੍ਹਾਂ ਸਮਝ ਲਈਏ। ਫਿਰ ਦੁਆਪਰ ਤੋਂ ਬਾਅਦ ਆ ਗਿਆ ਕਲਯੁਗ। ਕਲਯੁਗ ਕਦੋਂ ਸ਼ੁਰੂ ਹੁੰਦਾ ਸਾਡਾ? ਕਲਯੁਗ ਕੋਈ ਵੱਖਰਾ ਨਹੀਂ, ਇਹ ਅਵਸਥਾ ਦੇ ਨਾਂ ਨੇ ਭਾਈ ਸਾਰੇ। ਜਿਹੜਾ ਭਰਮ ਪਾਇਆ ਉਹ ਜੇ ਆਪਾਂ ਵਿਚਾਰ ਲੱਗਾਂਗੇ ਤਾਂ ਫਿਰ ਲੰਬਾ ਕੰਮ ਹੋ ਜਾਣਾ ਵਾ। ਉਹ ਫਿਰ ਆਪਾਂ ਮੋਟਾ ਮੋਟਾ ਸਮਝ ਲੈਂਦੇ ਹਾਂ। ਉਹ ਭਰਮ ਪਾਇਆ ਹੋਇਆ, ਉਹ ਕੋਈ ਯੁੱਗ ਲੱਗ ਨਹੀਂ ਸ਼ੁਰੂ ਹੁੰਦੇ। ਅਵਸਥਾ ਦੇ ਨਾਂ ਨੇ। ਆਤਮਾ ਜਿਵੇਂ ਜਿਵੇਂ ਆਉਂਦੀ ਹੈ ਉਵੇਂ ਨੇ ਵਾਪਸ ਜਾਣਾ ਵਾ। ਦੁਆਪਰ ਤੋਂ ਬਾਅਦ ਦੁਆਪਰ ਗਰਭ ਦੇ ਵਿੱਚੋਂ ਸਰੀਰ ਬਣਾ ਕੇ ਜਦੋਂ ਇਹ ਜਨਮ ਲੈਂਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਦੋਂ ਫਿਰ ਜਿਹੜੀ ਤ੍ਰਿਸ਼ਨਾ ਦੀ ਅੱਗ ਸ਼ੁਰੂ ਹੁੰਦੀ ਆ। ਉਦੋਂ ਫਿਰ ਜਿਹੜੀ ਆਤਮਾ ਵਾ ਇਹ ਅਗਨੀ ਦੀ ਸਵਾਰੀ ਕਰਦੀ ਆ, ਅੱਗ ਦੀ। ਉਹਨੂੰ ਕੀ ਕਿਹਾ? ਆਪਾਂ ਪਿੱਛੇ ਵਿਚਾਰੇ ਸੀ ਚਾਰੇ ਜੋ ਸਤਿਗੁਰਾਂ ਦੇ ਵਚਨ ਜਿੰਨੀ ਕੁ ਮੱਤ ਬਖਸ਼ੀ ਆ ਆਪਾਂ ਨੂੰ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਹੁਣ ਸਾਡੀ ਸਵਾਰੀ ਕਾਹਦੀ? ਆਤਮਾ ਦੀ, ਕੂੜ ਦੀ, ਝੂਠ ਦੇ ਰਿਸ਼ਤੇ। ਔਰ ਬੈਠੀ ਕਿੱਥੇ ਆ ਆਤਮਾ? ਮਨ ਬੁੱਧੀ ਤ੍ਰਿਸ਼ਨਾ ਦੀ ਅਗਨੀ 'ਤੇ ਬੈਠਿਆ। ਉਹ ਆ ਗੁੱਜੀ ਪਾਏ। ਉਹ ਸਾਨੂੰ ਸਮਝ ਨਹੀਂ ਆਉਂਦੀ, ਉਹਦੇ ਕਰਕੇ ਅਸੀਂ ਧਰਮ ਕਰਮ ਬਹੁਤ ਕਰਦੇ ਹਾਂ। ਸਰੀਰ ਕਰਕੇ ਉਹਨੂੰ 'ਚੋਂ ਹੰਕਾਰ ਪੈਦਾ ਕਰ ਲੈਂਦੇ ਹਾਂ। ਗਿਆਨ ਤਾਂ ਉਹ 'ਚੋਂ ਪੈਦਾ ਨਹੀਂ ਹੁੰਦਾ। ਇਹ ਗਿਆਨੀਆਂ ਦਾ ਮਾਰਗ ਹੈ ਭਾਈ। ਗੁਰਮਤ, ਗੁਰਮਤ ਤੋਂ ਭਾਵ ਗਿਆਨਮਤ ਮਾਰਗ ਦਰਸ਼ਨ ਹੈ। ਇਹ ਗੁਰਸ਼ਬਦ ਜਿਹੜਾ ਆਪਾਂ ਨੂੰ ਗਿਆਨ ਹੋਣਾ, ਉਹ ਪਹਿਲਾ ਗੁਰਦਰਸ਼ਨ ਆ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰਕ ਹੀ ਨੇ। ਜਿਵੇਂ ਚਾਤਰਕ ਵੀ ਆ ਪਾਣੀ ਦਾ ਵਿਰਲਾਪ ਕਰਦਾ, ਫਿਰ ਹੀ ਵਿਰਲਾਪ ਕਰਦਾ ਜਦੋਂ ਉਹਨੂੰ ਸਮਝ ਆ ਜਾਂਦੀ ਹੈ। ਹਾਲੇ ਤਾਂ ਗੁੱਝੀ ਅੱਗ 'ਚ ਜਲ ਰਹੇ ਆਪਾਂ। ਤ੍ਰਿਸ਼ਨਾ ਦੀ ਅਗਨੀ ਹੈ ਉਹ ਭਾਈ। ਉਹਦੀ ਸਵਾਰੀ ਆ ਆਤਮਾ ਦੀ। ਉਹ ਤ੍ਰਿਸ਼ਨਾ ਦੀ ਜਿਹੜੀ ਤੌੜੀ ਹੈ, ਜਾਂ ਮਟਕਾ ਕਹਿ ਲਈ ਆਪਾਂ ਨੂੰ, ਜਾਂ ਭਾਂਡਾ ਕਹਿ ਲਈ, ਉਹ ਤ੍ਰਿਸ਼ਨਾ ਰੂਪੀ ਭਾਂਡਾ ਹੈ ਸਾਡਾ। ਉਹਦੇ ਵਿੱਚ ਅਸੀਂ ਮਾਇਆ ਦੇ ਪਦਾਰਥ ਇਕੱਠੇ ਕਰੀ ਜਾਂਦੇ ਹਾਂ। ਫਿਰ ਹੋਰ ਇੱਛਾ ਵੱਧ ਜਾਂਦੀ ਹੈ। ਸੈਂਸ ਇਕੱਠੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਪਤ ਕਿਵੇਂ ਆਵੇ? ਅਗਨੀ 'ਤੇ ਬੈਠਾ, ਅੱਗ 'ਤੇ ਬੈਠਾ ਕਿਵੇਂ ਤ੍ਰਿਪਤ ਹੋਵੇ? ਆਤਮਾ ਦੀ ਤਾਂ ਖੁਰਾਕ ਹੀ ਨਹੀਂ ਹੈਗੀ। ਆਤਮਾ ਦੀ ਖੁਰਾਕ ਤਾਂ ਕੀ ਹੈ? ਤੱਤ ਗਿਆਨ। ਅਸੀਂ ਫਿਰ ਧਰਮ ਕਰਮ ਵੀ ਕੀਤੇ, ਲੰਗਰ ਲਾਏ, ਭੰਡਾਰੇ ਕੀਤੇ, ਉਹ ਵੀ ਸਰੀਰ ਦੀ ਖੁਰਾਕ। ਆਤਮਾ ਫਿਰ ਭਟਕਦੀ ਹੈ। ਉਹ ਤ੍ਰਿਸ਼ਨਾ ਦੀ ਅਗਨੀ ਹੈ। ਫਿਰ ਕਿਵੇਂ ਬੁਝੂ? ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਸਿਮਰਨ ਤੋਂ ਭਾਵ ਸੋਝੀ। ਫਿਰ ਕਿਵੇਂ ਆਪਾਂ ਨੂੰ ਮਿਲੂ? ਗੁਰ ਸ਼ਬਦ ਦੇ ਗਿਆਨ, ਗੁਰ ਕੇ ਚਰਨ ਬਾਣੀ ਨਾਲ। ਇਹ ਵੀ ਉਹਦੀ ਕਿਰਪਾ ਹੀ ਹੈ। ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਇਹ ਗੁਰ ਸ਼ਬਦ ਦੇ ਗਿਆਨ ਨਾਲ ਫਿਰ ਇਹਦੀ ਤ੍ਰਿਸ਼ਨਾ ਜਾਣੀ ਹੈ। ਫਿਰ ਮਨ ਬੁੱਧੀ ਸੂਝਵਾਨ ਹੋ ਕੇ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਆ। ਜਦ ਤੱਕ ਇਹ ਲੈ ਨਹੀਂ ਹੁੰਦੇ, ਜਦ ਤੱਕ ਅੱਗ ਦੀ ਸਵਾਰੀ ਹੈ, ਤ੍ਰਿਸ਼ਨਾ ਦੀ ਅਗਨੀ ਦੀ। ਦੇਖ ਲਓ ਆਪਣਾ ਬਚਪਨ, ਜਵਾਨੀ, ਬੁਢਾਪਾ, ਸਰੀਰ ਕਹੇ ਜਿਹੇ ਹੁੰਦੇ ਆ, ਕਹੇ ਜਿਹੇ ਹੋ ਜਾਂਦੇ ਨੇ। ਫਿਰ ਜੰਮਣ ਮਰਨ ਨੂੰ ਚਲੇ ਜਾਂਦੇ ਆ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੀ। ਇਹ ਗੁੱਝੀ ਅਗ ਸੰਸਾਰ ਜਲ ਰਿਹਾ ਵਾ। ਬਾਬਾ ਫਰੀਦ ਜੀ ਕਹਿੰਦੇ, ਸਾਈਂ ਮੇਰੇ ਚੰਗਾ ਕੀਤਾ, ਅੱਲਾ ਨੇ ਕਿਰਪਾ ਕੀਤੀ। ਇਸਲਾਮ 'ਚੋਂ ਆਏ ਸੀ, ਮੁਕਤੀ ਕਿੱਥੇ ਮਿਲੀ ਆ ਕੇ ਉਹਨਾਂ ਨੂੰ? ਗੁਰਮਤਿ 'ਤੇ ਆ ਕੇ। ਜਿਵੇਂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਕਿੱਥੋਂ ਆਏ? ਉਹ ਵੀ ਬਾਹਰਲੀ ਮੱਤਾਂ 'ਚੋਂ ਆਏ। ਪ੍ਰਾਪਤੀ ਕਿੱਥੇ ਹੋਈ? ਨਾਨਕ ਕੇ ਕਰ ਕੇਵਲ ਨਾਮ। ਸਿੱਖੀ ਦਾ ਘਰ ਹੈ ਭਾਈ। ਗੁਰੂ ਘਰਾਂ ਦੇ ਵਿੱਚ ਗੁਰਸ਼ਬਦ ਦੀ ਵਿਚਾਰ ਕਰਨੀ, ਗੁਰੂ ਕੇ ਪਿਆਰੇ ਜੋ ਕਰਦੇ ਉਹਨੂੰ ਧਿਆਨ ਨਾਲ ਸੁਣਨਾ, ਇਹ ਸਿੱਖੀ ਲੈਂਦੇ ਹੀ ਰਹਿਣਾ। ਸਾਰਾ ਜੀਵਨ ਲੱਗ ਜਾਂਦਾ ਆਪਣਾ ਭਾਈ ਸੰਵਾਰਨ ਨੂੰ। ਵਿਗਾੜਨ ਤਾਂ ਇੱਕ ਮਿੰਟ 'ਚ ਹੀ ਲਈ ਆਪਾਂ। ਗਡੰਦਿਆਂ ਸੇ ਤੁੜੰਦਿਆਂ ਖਿਨ। ਮਨ ਨੂੰ ਇਕੱਠਿਆਂ ਕਰਦੇ ਕਰਦੇ ਧਿਆਨ ਸਤਿਗੁਰ ਸਮਝਾਉਂਦੇ ਆ, ਭਾਵੇਂ 5-6 ਮਹੀਨੇ ਲੱਗ ਜਾਣ, 6 ਲੱਗ ਜਾਣ, ਪਰ ਤੋੜਨ ਨੂੰ ਕੀ ਖਿੰਨ। ਇਵੇਂ ਸਾਡਾ ਜੀਵਨ ਸੰਸਾਰ ਦੇ ਵਿੱਚ ਅਸੀਂ ਪ੍ਰੇਮ ਪਾ ਲੈਂਦੇ ਹਾਂ। ਉਹ ਇੱਜ਼ਤ ਬਣਾਉਣ ਨੂੰ ਬਹੁਤ ਟਾਈਮ ਲੱਗਦਾ, ਪਰ ਵਿਗਾੜਨ ਨੂੰ ਕੀ 1 ਸਕਿੰਟ ਹੀ ਲੱਗਦਾ। ਬਸ ਜਿਵੇਂ ਭਲਵਾਨ ਕੁਸ਼ਤੀ ਕਰਦਾ, ਉਹਦਾ ਜੀਵਨ ਕੀ ਹੈ, ਉਹਦਾ ਰਿਜ਼ਲਟ ਕੀ ਹੈ? ਜੋ ਉਹਦਾ ਟਾਈਮ ਬੰਨਿਆ ਹੁੰਦਾ ਕੁਸ਼ਤੀ ਦਾ, ਜੇ ਉਸ ਟਾਈਮ ਉਹ ਕਹਦੇ ਮੈਂ ਤਾਂ ਕਰਦਾ ਨਹੀਂ, ਫਿਰ ਕਾਹਦਾ ਭਾਈ ਜੀਵਨ ਸਾਡਾ? ਇਵੇਂ ਜਿਹਦੀ ਖਾਤਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਗੁੱਝੀ ਅੱਗੇ ਜਲਦੇ ਹਾਂ। ਸਤਿਗੁਰਾਂ ਨੇ ਧੁਰ ਕੀ ਬਾਣੀ ਭੇਜੀ, ਆਤਸ ਦੁਨੀਆ ਖੁਨਕ ਖਦਾਇਆ। ਅੱਗ ਹੈ ਦੁਨੀਆ ਭਾਈ। ਨਾਨਕ ਕਰਤੇ ਖੇਲ ਰਚਾਇਆ। ਫਿਰ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਭਾਈ ਇਹਦੇ ਵਿੱਚ। ਕਰਤੇ ਨੇ ਖੇਲ ਰਚਾਇਆ।
ਕਰਤੇ ਨੇ ਧੁਰ ਕੀ ਬਾਣੀ, ਜਿਹੜੀ ਸਾਡੇ ਅੰਦਰ ਹੈ ਉਹ ਸੁਣਨੀ ਹੈ ਜਾ ਕੇ ਅਸੀਂ। ਇਹ ਗੁਰਸ਼ਬਦ ਦਾ ਗਿਆਨ ਸਾਨੂੰ ਧੁਰ ਕੀ ਬਾਣੀ ਦੇਵਲੋਕ ਤੱਕ ਲੈ ਜਾਊਗਾ। ਭਗਤ ਕਬੀਰ ਜੀ ਸਮਝਾਉਂਦੇ ਆ, ਕਬੀਰ ਜੀ ਕੀ ਕਹਿੰਦੇ ਆ, ਮੋਹੇ ਮਰਨੇ ਕਾ ਚਾਉ ਹੈ, ਮਰੂ ਤੋਂ ਹਰ ਕੇ ਦਵਾਰ। ਕਿਸੇ ਨੂੰ ਚਾਅ ਹੁੰਦਾ ਭਾਈ ਮਰਨ ਦਾ, ਸੰਸਾਰ ਦੇ ਵਿੱਚ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਨੱਚ ਨੱਚ ਹੱਸੈ ਚੱਲੇ ਸੋਰੋ, ਜਾਣ ਦੀ ਵਾਰੀ ਆਉਂਦੀ ਅਸੀਂ ਰੋਣ ਲੱਗ ਜਾਂਦੇ, ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਬੜੇ ਸਕਾਲੇ ਅਸੀਂ ਅਰਥ ਕਰ ਦਿੰਦੇ ਹਾਂ, ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ, ਜਾਣ ਨੂੰ ਜੀ ਕਰਦਾ ਕਿਸੇ ਦਾ ਭਾਈ? ਨਹੀਂ ਭਾਈ, ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ ਨਹੀਂ ਰੱਜਦੀਆਂ ਹੈਗੀਆਂ। ਉਸਤਤ ਨਿੰਦਾ ਕੰਨ ਸੁਣ ਰੋਵਣ ਪੈ ਹਾਸੇ। ਜੇ ਕੋਈ ਉਸਤਤ ਕਰਦਾ ਬੜੇ ਖੁਸ਼ ਹੁੰਦੇ ਆ ਕੰਨ, ਜੇ ਕੋਈ ਵਿਰੋਧ ਕਰ ਦਿੰਦਾ ਫਿਰ ਕ੍ਰੋਧ 'ਚ ਆ ਜਾਂਦਾ ਵਾ। ਸਵਾਦੀ ਜੀਵ ਨਾ ਰੱਜੀਆਂ ਕਰ ਭੋਗ ਭਲਾ, ਇਹ ਵੀ ਨਹੀਂ ਰੱਜਦੀ ਭਾਈ। ਰੱਜ ਨਾ ਕੋਈ ਜੀਵਿਆ ਕੋੜੇ ਪ੍ਰਵਾਸੇ, ਕਿਸੇ ਦਾ ਜਾਣ ਨੂੰ ਜੀਵ ਨਹੀਂ ਕਰਦਾ। ਅੱਗੇ ਆ ਜਾਣਾ ਆਪਾਂ ਨੂੰ, ਫਰੀਦਾ ਜੇ ਜਾਣਾ ਤਲ ਥੋੜੇ ਸੰਭਲ ਬੁੱਕ ਭਰੇ। ਇਹ ਜੀਵਨ ਮਿਲਿਆ ਭਾਈ ਆਪਾਂ ਨੂੰ, ਬਹੁ ਮੁੱਲਾ ਜੀਵਨ ਹੈ ਇਹ। ਉਹਦੀ ਕਿਰਪਾ ਰਹਿਮਤ ਨਾਲ ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀਏ। ਭਗਤੀ ਕਰਨੀ ਹੈ ਭਾਈ, ਇਹਨੂੰ ਸਮਝਣਾ ਵਾ। ਜਿਹੜੀ ਗੁੱਝੀ ਅੱਗ 'ਚੋਂ ਬਾਬਾ ਜੀ ਆਪਾਂ ਨੂੰ ਸਮਝਾ ਰਹੇ, ਉਹ ਕਿਹੜੀ ਹੈ? ਤ੍ਰਿਸ਼ਨਾ ਦੀ ਅੱਗ। ਉਹ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਜਨਮ ਲੈ ਕੇ ਹੁਕਮ ਨਾਲ ਟੁੱਟਦਾ ਵਾ। ਜੀਵਾਤਮਾ ਚੇਤਨਾ ਦੇ ਜੜ ਨਾਲ ਰਿਸ਼ਤੇ ਪੈ ਜਾਂਦੇ ਸਾਡੇ ਸੰਸਾਰ ਦੇ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਖੇਲ ਵਰਤਾਤਾ ਭਾਈ। ਹੁਣ ਉਹ ਅਗਨ ਦੀ ਸਵਾਰੀ ਕਰ ਰਹੇ ਆਪਾਂ ਭਾਈ। ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾ। ਫਿਰ ਕਿਵੇਂ ਉਤਰਾਂਗੇ ਇਹ ਅੱਗ ਦੀ ਸਵਾਰੀ 'ਚੋਂ ਆਪਾਂ? ਇਹ ਰਥ 'ਚੋਂ ਕਿਵੇਂ ਆਪਾਂ ਖਹਿੜਾ ਛਡਾਵਾਂਗੇ? ਤੁਮਰੀ ਕਿਰਪਾ ਤੇ ਮੋਹ ਮਨ ਛੂਟੇ, ਛੂਟ ਜਾਏ ਭਰਮਾਈ। ਇਹ ਦਾਤਾ ਕਿਰਪਾ ਰਹਿਮਤ ਕਰ। ਇਹ ਜਿਹੜਾ ਭਰਮ ਦਾ ਜਾਲ ਹੈ, ਇਹ ਤੇਰੀ ਕਿਰਪਾ ਤੋਂ ਬਿਨਾਂ ਤਾਂ ਕੱਟਿਆ ਨਹੀਂ ਜਾਣਾ ਹੈਗਾ। ਮਨ ਰੇ ਹਉਮੈ ਮੋਹ ਦੁੱਖ ਭਾਰੀ, ਇਹ ਭਵਜਲ ਜਗਤ ਨ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਕਥਾ ਹੈ ਭਾਈ, ਇਹਨੂੰ ਸੁਣਦੇ ਵਿਚਾਰਦੇ ਰਹਿਣਾ, ਫੇਰ ਇਹ ਆਪਾਂ ਭਵਸਾਗਰ ਪਾਰ ਕਰਨਾ ਵਾ। ਆਪਦੀ ਮੱਤ ਨਾ ਨਹੀਂ ਸੀ ਪਾਰ ਕਰ ਸਕਦੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜਦੋਂ ਗੁਰ ਸ਼ਬਦ ਦਾ ਸਾਨੂੰ ਗਿਆਨ ਮਿਲਣਾ ਸ਼ੁਰੂ ਹੋ ਜਾਂਦਾ ਹੈ, ਕਬੀਰ ਮਨ ਸੀਤਲ ਪਿਆ ਜੈਸੇ ਗੰਗਾ ਦੀ, ਫਿਰ ਸ਼ਾਂਤ ਹੋ ਜਾਂਦਾ ਮਨ ਭਾਈ। ਨਾਮ ਦੀ ਜਿਹੜੀ ਪ੍ਰਾਪਤੀ ਉਹ ਤਾਂ ਬਹੁਤ ਦੂਰ ਹੈ। ਗੁਰ ਸ਼ਬਦ ਦੇ ਗਿਆਨ ਨਾਲ ਹੀ ਸਾਡਾ ਜੀਵਨ ਬਦਲ ਜਾਂਦਾ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀ। ਉਹ ਲਾਮ ਤੋਂ ਭਾਵ ਹੁੰਦਾ ਜੁੜਨਾ। ਜਦੋਂ ਗੁਰ ਸ਼ਬਦ ਦਾ ਗਿਆਨ ਸਾਨੂੰ ਹੁੰਦਾ ਹੈ, ਪਹਿਲੜੀ ਲਾਮ ਹੈ ਭਾਈ, ਉਹ ਸਾਡੇ ਸੰਸਕਾਰ ਬਦਲ ਜਾਂਦੇ ਆ। ਸੰਸਾਰ ਨੂੰ ਮਨ ਬੁੱਧੀ ਰਸਤਾ ਬਦਲ ਲੈਂਦੇ ਨੇ। ਮੋਹ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲਏ ਹੋ ਜਾਂਦੇ ਨੇ। ਫਿਰ ਇਹ ਪ੍ਰਾਪਤੀ ਸ਼ੁਰੂ ਹੁੰਦੀ। ਆਓ ਸਾਰੇ ਮਿਲ ਕੇ ਭਾਈਏ ਗੁੱਝੀ ਅੱਗ ਤੋਂ ਬਚੀਏ, ਗੁਰਸ਼ਬਦ ਦੀ ਵਿਚਾਰ 'ਚ ਲੱਗੇ ਰਹੀਏ। ਗੁਰ ਕੇ ਚਰਨਾਂ ਨਾਲ ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਬਾਬਾ ਫਰੀਦ ਜੀ ਨੇ ਸਮਝਾਇਆ ਆਪਾਂ ਨੂੰ ਕਿ ਜਿੰਨਾ ਬੂਝੇ ਕਿ ਜਿੰਨਾ ਸੂਝੇ, ਦੁਨੀਆ ਗੁੱਝੀ ਪਾਏ ਪਾਏ ਅੱਗ। ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾ ਆਏ। ਆਪਣੇ 'ਤੇ ਵੀ ਅੱਲਾ ਕਿਰਪਾ ਕਰੂਗਾ, ਆਪਣੇ ਵੀ 'ਤੇ ਅਕਾਲ ਪੁਰਖ ਕਿਰਪਾ ਕਰੂਗਾ। ਆਪਾਂ ਵੀ ਉਹਦੇ ਕਿਰਪਾ ਦੇ ਪਾਤਰ ਬਣੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਆਪਾਂ ਵੀ ਉਹਦੇ ਗੁਰਚਰਨ ਬਾਣੀ ਨਾਲ ਲੱਗ ਕੇ ਆਪਦੇ ਘਰ ਪਹੁੰਚੀਏ। ਦੇਵ ਲੋਕ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦਵਾਰ। ਸਾਡੇ ਅੰਦਰ ਵੀ ਚਾਓ ਪੈਦਾ ਹੋਵੇ ਅਤੇ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।